ਇਹ ਵੀ ਤੁਹਾਨੂੰ ਖੁਸ਼ਖਬਰੀ ਦੇ ਦਿਆਂ, ਫੈਕਟਰੀ ਨੇ ਬੁਕਿੰਗ ਵੀ ਸਟਾਰਟ ਕਰ ਦਿੱਤੀ ਹੈ। 1 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਤੁਸੀਂ ਫਰਦ ਤੋਂ ਬਗੈਰ ਆਪਣਾ ਟਰੈਕਟਰ ਲੈ ਸਕਦੇ ਹੋ ਕੰਪਨੀ ਤੋਂ ਕੈਸ਼ ਜਮ੍ਹਾਂ ਕਰਾ ਕੇ। ਉਹ ਜਿਹੜੀਆਂ ਪਾਬੰਦੀਆਂ ਸਨ ਕੰਪਨੀ ਨੇ 15 ਦਿਨ ਵਾਸਤੇ ਬੰਦ ਕਰ ਦਿੱਤੀਆਂ ਨੇ। ਤੁਸੀਂ ਆਪਣਾ ਟਰੈਕਟਰ ਬਾਸਾਨੀ ਬੁੱਕ ਵੀ ਕਰਾ ਸਕਦੇ ਹੋ। ਟਰੈਕਟਰ ਵੀ ਫੌਰੀ ਮਿਲ ਰਿਹਾ ਇਸ ਟਾਈਮ। ਆਮ ਟਰੈਕਟਰ ਜਿਹੜਾ ਕੰਪਨੀ ਆਪ ਚੈੱਕ ਕਰਦੀ ਹੈ ਤੇ ਤੁਹਾਨੂੰ ਦੇ ਦਿੰਦੀ ਹੈ। इस ट्रैक्टर ਦੇ ਵਿੱਚ ਕੰਪਨੀ ਪਹਿਲੇ ਆਪ ਚੈੱਕ ਕਰੇਗੀ, ਉਹਦੇ ਬਾਅਦ ਮਹਿਕਮਾ ਜ਼ਰਾਅਤ ਦੇ ਬੰਦੇ ਕੰਪਨੀ ਦੇ ਵਿੱਚ ਹੋਣਗੇ, ਉਹਨਾਂ ਚੈੱਕ ਕਰਨਾ। ਉਹਦੇ ਬਾਅਦ ਮੁਤਲਕਾ ਇਲਾਕੇ ਦੇ ਵਿੱਚ ਜਦੋਂ ਟਰੈਕਟਰ ਡਿਲੀਵਰ ਹੋਣਾ ਹੈ ਤੇ ਉਸ ਟਾਈਮ ਵੀ ਮਹਿਕਮਾ ਜ਼ਰਾਅਤ ਦੇ ਬੰਦੇ ਉੱਥੇ ਮੌਜੂਦ ਹੋਣਗੇ, ਉੱਥੇ ਉਹ ਟਰੈਕਟਰ ਚੈੱਕ ਕਰਨਗੇ ਤੇ ਉਹਦੇ ਬਾਅਦ ਕਿਸਾਨ ਨੂੰ ਟਰੈਕਟਰ ਜਾਏਗਾ। ਤੇ ਇਹਦਾ ਮਕਸਦ ਹੈ ਕਿ ਆਮ ਤੌਰ ਤੇ ਤੁਹਾਡਾ ਟਰੈਕਟਰ ਇੱਕ ਵਾਰੀ ਚੈੱਕ ਹੁੰਦਾ ਹੈ ਤੇ ਇਸ ਸਕੀਮ ਦੇ ਤਹਿਤ ਜਿਹੜਾ ਟਰੈਕਟਰ ਲੋਗੇ ਉਹ 3 ਵਾਰੀ ਚੈੱਕ ਹੋਏਗਾ। ਜੀ अस्सलाम वालेकुम दोस्तों, अपना चैनल पीके यूट्यूब चैनल खुश आमदीद दोस्तों। ਅਸੀਂ ਮੌਜੂਦ ਹਾਂ ਜੀ ਕੈਪੀਟਲ ਟਰੈਕਟਰ ਸ਼ੋਰੂਮ ਲਾਹੌਰ। ਰਾਇਦ ਭਾਈ ਸਾਡੇ ਨਾਲ ਮੌਜੂਦ ਨੇ। ਤੁਹਾਡੇ ਦੋਸਤਾਂ ਨੇ ਸਵਾਲ ਲੈ ਕੇ ਅਸੀਂ ਇਹਨਾਂ ਦੀ ਖਿਦਮਤ 'ਚ ਹਾਜ਼ਰ ਹੋਏ ਹਾਂ। ਕਾਫੀ ਦੋਸਤਾਂ ਨੇ ਸਵਾਲ ਹੈ ਗ੍ਰੀਨ ਟਰੈਕਟਰ ਸਕੀਮ ਨੂੰ ਲੈ ਕੇ, ਤੇ ਉਸੇ ਹਵਾਲੇ ਨਾਲ ਭਾਈ ਉਹਨਾਂ ਨਾਲ ਗੱਲਬਾਤ ਕਰਾਂਗੇ, ਸਵਾਲ ਜਵਾਬ ਕਰਾਂਗੇ। वीडियो दोस्तों एंड तक देखनी, लाइक शेयर करना जी। अस्सलाम वालेकुम जी। वालेकुम अस्सलाम। रायद भाई की हाल ठीक ठाक हो? अल्हम्दुलिल्लाह बेहतरीन। रायद भाई अजकल तुहानू पता ग्रीन ट्रैक्टर स्कीम के काफ़ी ज़्यादा चर्चे ने, जिमीदार बढ़ चढ़ के हिस्सा लै रहे ने, अप्लाई करते पे ने ते काफ़ी जिमीदारां दे ना कोई चंद सवाल असीं लैके तुहाडे खिदमत 'च हाज़र होए हैं। सब तो पहला तो ये सवाल है, जिहड़े बंदे दा अगर नाम निकल आउंदा स्कीम दे विच, अगला मरहला की उहदे वास्ते? जी जे ਉਹਦਾ ਨਾਂ ਨਿਕਲ ਆਂਦਾ ਹੈ ਤੇ 1 ਮਾਹ ਦੇ ਅੰਦਰ ਅੰਦਰ ਉਹਨੇ ਆਪਣਾ, ਜਿਵੇਂ ਮਿਸਾਲ ਦੇ ਰਿਹਾ ਕਿ ਤੁਸੀਂ 85 ਲੈ ਲਿਆ 37,07,000 ਰੁਪਏ ਦਾ, ਜੀ ਜੀ 10 ਲੱਖ ਦੀ ਤਾਂ ਤੁਹਾਨੂੰ ਸਬਸਿਡੀ ਮਿਲ ਗਈ, ਬਿਲਕੁਲ 27,07,000 ਰੁਪਏ ਬਕਾਇਆ ਬਚ ਗਏ। ਬਕਾਇਆ ਦਾ ਤੁਸੀਂ ਜਿਹੜਾ ਆਪਣੀ ਪੇਮੈਂਟ ਇਕੱਠੀ ਕਰਕੇ ਰੱਖਣੀ ਹੈ, ਉਹ ਡਿਮਾਂਡ ਡਰਾਫਟ ਬਣਾ ਕੇ ਕੰਪਨੀ ਤੁਹਾਡੇ ਕੋਲ ਵਸੂਲ ਲਏਗੀ ਤੇ ਬਕਾਇਆ ਪੈਸੇ ਗਵਰਨਮੈਂਟ ਕੋਲੋਂ ਲੈ ਕੇ ਤੁਹਾਨੂੰ ਟਰੈਕਟਰ ਦੇ ਦੇਗੀ। ਠੀਕ ਹੋ ਗਿਆ ਜੀ। ਇਸ ਤੋਂ ਇਲਾਵਾ ਮਜ਼ੀਦ ਇਹ ਸਵਾਲ ਹੈ ਜੀ, ग्रीन ट्रैक्टर स्कीम ਦੇ ਵਿੱਚ ਤਕਰੀਬਨ ਤੁਹਾਨੂੰ ਪਤਾ 6 ਲੱਖ ਦਰਖਾਸਤਾਂ ਜਮ੍ਹਾਂ ਹੋ ਗਈਆਂ ਨੇ ਤੇ ਕਾਫੀ ਦੋਸਤ ਇਹ ਕਹਿ ਰਹੇ ਹੁੰਦੇ ਨੇ ਕਿ ਸਾਡੇ ਇਲਾਕੇ ਦਾ ਨਾ ਕੰਪਿਊਟਰਾਈਜ਼ ਨਹੀਂ ਹੈ ਜ਼ਮੀਨਾਂ। ਉਹਨਾਂ ਨੂੰ ਮੈਸੇਜ ਆ ਜਾਂਦਾ ਤੁਹਾਡੀ ਜ਼ਮੀਨ ਕੰਪਿਊਟਰਾਈਜ਼ ਨਹੀਂ ਹੈ। ਤਾਂ ਕਈਆਂ ਦੇ ਵਿੱਚ ਜੇ ਗੱਲ ਪੁੱਛੀ ਕਿ ਕਹਿ ਰਹੇ ਕਿ ਤੁਸੀਂ ਕਰੀਬੀ ਜ਼ਰਾਅਤ ਦੇ ਆਫਿਸ ਜਮ੍ਹਾਂ ਕਰਾ ਸਕਦੇ ਫਾਰਮ। ਬਿਲਕੁਲ ਉੱਥੇ ਜ਼ਿਮੀਂਦਾਰ ਜਾਂਦੇ, ਉਹ ਆਂਦੇ ਜੀ ਸਾਨੂੰ ਇਸ ਚੀਜ਼ ਦਾ ਕੋਈ ਇਲਮ ਹੀ ਨਹੀਂ। ਇਹ ਹਵਾਲੇ ਥੋੜੀ ਜਿਹੀ ਡਿਟੇਲ ਸਾਡੇ ਜ਼ਿਮੀਂਦਾਰ ਨਾਲ ਸ਼ੇਅਰ ਕਰ ਦਿਓ ਜੀ। ਫਾਰਮ ਮੈਂ ਤੁਹਾਨੂੰ ਦੇ ਦਿਆਂਗਾ, ਉਹਨੂੰ ਵੀਡੀਓ ਦੇ ਵਿੱਚ ਵੀ ਲਾ ਦਿਓ ਤੇ ਉਹ ਫਾਰਮ ਤੁਸੀਂ ਪ੍ਰਿੰਟ ਕਰੋ ਕਿਸੇ ਵੀ ਪ੍ਰਿੰਟਰ ਵਾਲੇ ਕੋਲ ਜਾ ਕੇ ਤੇ ਉਸ ਫਾਰਮ ਨੂੰ ਤੁਸੀਂ ਭਰ ਲਓ ਤੇ ਭਰ ਕੇ ਜੇ ਜ਼ਰਾਅਤ ਵਾਲੇ ਤੁਹਾਡੀ ਗੱਲ ਨਹੀਂ ਸੁਣਦੇ ਤੇ ਆਪਣਾ ਕਰੀਬੀ ਜਿਹੜਾ ਵੀ ਡੀਲਰ ਹੈ ਉਹਦੇ ਕੋਲ ਚਲੇ ਜਾਓ। ਉਹਦੀ ਵਾਕਫੀਅਤ ਹੁੰਦੀ ਹੈ ਕਿਉਂਕਿ ਉਹ ਰੋਜ਼ ਜਾ ਰਿਹਾ ਜ਼ਰਾਅਤ ਦਫ਼ਤਰ ਤੇ ਉਹ ਤੁਹਾਡਾ ਫਾਰਮ ਬਾਸਾਨੀ ਜਮ੍ਹਾਂ ਕਰਾ ਦੇਗਾ। ਵੈਸੇ ਡਿਪਟੀ ਡਾਇਰੈਕਟਰ ਜ਼ਰਾਅਤ ਦੇ ਦਫ਼ਤਰ ਹੀ ਜਮ੍ਹਾਂ ਹੋਣਾ ਹੈ ਫਾਰਮ। ਠੀਕ ਹੈ ਜੀ। ਇਸ ਲਈ ਰਾਇਤ ਭਾਈ ਆਖਰੀ ਤਰੀਕ ਕੀ ਚੱਲ ਰਹੀ ਹੈ ਰਜਿਸਟ੍ਰੇਸ਼ਨ ਦੀ? ਜੀ ਆਖਰੀ ਤਾਰੀਖ ਜਿਹੜੀ ਰਜਿਸਟ੍ਰੇਸ਼ਨ ਦੀ ਹੈ ਉਹ ਗਵਰਨਮੈਂਟ ਨੇ ਅਜੇ ਤੱਕ 10 ਅਕਤੂਬਰ ਦਿੱਤੀ ਹੈ ਤੇ 20 ਅਕਤੂਬਰ ਦਿੱਤੀ ਹੈ ਇਹਦੀ ਕੁਰਾਨਦਾਜ਼ੀ ਦੀ ਤਾਰੀਖ। ਤੇ 20 ਅਕਤੂਬਰ ਕੁਰਾਨਦਾਜ਼ੀ ਦੇ ਜੀ। ਤੇ 20 ਅਕਤੂਬਰ ਨੂੰ ਪਤਾ ਲੱਗ ਜਾਏ ਜਿਹੜੇ ਕੁਐਸਚਨ ਸੀ ਹੋਣਗੇ ਤਕਰੀਬਨ ਆਲ ਓਵਰ ਪੰਜਾਬ ਦੇ ਵਿੱਚ। ਜੀ ਆਲ ਓਵਰ ਪੰਜਾਬ ਇੱਕੋ ਵਾਰੀ ਉਹਨਾਂ ਕੁਰਾਨਦਾਜ਼ੀ ਕਰਨੀ ਹੈ। ਤੁਹਾਨੂੰ ਮੈਸੇਜ ਆ ਜਾਏਗਾ ਤੁਹਾਡੇ ਮੋਬਾਈਲ ਤੇ ਕਿ ਭਾਈ ਤੁਹਾਡਾ ਨਾਮ ਨਿਕਲ ਆਇਆ, नहीं निकलिया तो नहीं आएगा, जे निकल आया तो ਤੁਹਾਨੂੰ ਮੈਸੇਜ ਆ ਜਾਏਗਾ। ਅੱਛਾ, ਇਸ ਤੋਂ ਮਜ਼ੀਦ ਰਾਇਤ ਭਾਈ ਗੱਲ ਸੁਣੀ ਕਿ ਕਹਿ ਰਹੇ ਜਿਹੜਾ ਅਗਰ ਨਾਮ ਨਿਕਲਦਾ ਉਹ ਪੇਮੈਂਟ ਨਹੀਂ ਜਮ੍ਹਾਂ ਕਰਾ ਸਕਦਾ ਤੇ ਉਹਦੀ ਜਗ੍ਹਾ ਦੂਸਰੇ ਕੇ ਜ਼ਿਮੀਂਦਾਰ ਦਾ ਨਾਮ ਆ ਸਕਦਾ। ਇਹ ਵੀ ਕੋਈ ਹੈ ਹकीकत ਇਹਦੇ ਵਿੱਚ? जी बिल्कुल हकीकत बिल्कुल है, लेकिन तरीकाकार थोड़ा मुख्तलिफ है। तरीकाकार इंज है कि जे मिसाल है उन्हें अजे टाइम वैसे कन्फर्म नहीं किया, लेकिन कह रहे हैं 1 माह का टाइम है। जे 20 अक्तूबर तो बाद 1 माह के अंदर अंदर एक किसान पैसे नहीं जमा करा सकता ते अगले महीने दे बाद दोबारा कुरानदाजी होएगी। जेड़े बकाया किसान ने वो कुरानदाजी जिन्हां दा नाम निकलिया नहीं निकलिया उन्हां दे नाल ते फिर वो जेड़ा मिसाल 500 बंदियां ने नहीं ट्रैक्टर जमा कराया, पैसे नहीं जमा कराए ते उन्हां दा स्कीम दोबारा ना आएगा तो दोबारा कुरानदाजी होएगी तो उन्हां दा नाम निकलेगा। अच्छा, इस तरह मजीद सैकंड लास्ट सवाल है जी, ग्रीन ट्रैक्टर स्कीम ਦੇ ਵਿੱਚ ਜਿਹੜੀ ਬਕਾਇਆ ਰਕਮ ਹੈ ਉਹ ਜ਼ਿਮੀਂਦਾਰ ਕੈਸ਼ ਹੀ ਦੇਗਾ? ਕੁਝ ਸੁਣਨ ਚ ਆ ਰਿਹਾ ਬੈਂਕ ਵੀ ਇਹ ਸਕੀਮ ਕੱਢਦੇ ਪਏ ਨੇ, ਇਸ ਹਵਾਲੇ ਕੋਈ ਆਈ? ਜੀ ਬੈਂਕ ਆਫ ਪੰਜਾਬ ਨਾਲ ਗੱਲ ਚੱਲ ਰਹੀ ਹੈ ਗਵਰਨਮੈਂਟ ਦੀ। ਉਹ ਕੋਸ਼ਿਸ਼ ਕਰ ਰਹੇ ਨੇ ਕਿ ਇਹ ਸਕੀਮ ਜਿਹੜੇ ਪੈਸੇ ਬਕਾਇਆ ਨੇ 27 ਲੱਖ ਰੁਪਏ ਮਿਸਾਲ ਹੈ 85 ਦਾ ਕਹੀਏ ਤੇ ਉਹ 7% ਸਕੀਮ ਜਿਹੜੀ ਗਵਰਨਮੈਂਟ ਆਫ ਪੰਜਾਬ ਦੀ ਚੱਲ ਰਹੀ ਹੈ ਉਹ ਉਸ ਸਕੀਮ ਦੇ ਵਿੱਚ ਜਾ ਕੇ ਤੇ ਕਿਸ਼ਤਾਂ ਤੇ ਉਹ ਪੈਸੇ ਦੇ ਦੇਣ। लेकिन अजे गल कन्फर्म नहीं हुई, अजे गल चल रही है, अजे कन्फर्म गल नहीं। अच्छा, इस तरह लास्ट सवाल है जी, ਤੁਹਾਨੂੰ ਪਤਾ ਹੈ ਮਾਰਕੀਟ ਦੇ ਵਿੱਚ ਗ੍ਰੀਨ ਟਰੈਕਟਰ ਵੀ ਆ ਗਏ ਨੇ, ਕਾਫੀ ਜ਼ਿਆਦਾ ਸ਼ੋਰੂਮਾਂ ਤੇ ਮੈਂ ਦੇਖੇ ਨੇ ਅੱਜ
ਤੇ ਕਾਫੀ ਦੋਸਤਾਂ ਦਾ ਇਹ ਵੀ ਸਵਾਲ ਹੁੰਦਾ, ਯਾਨੀ ਕਿ ਕਹਿ ਰਹੇ ਹੁੰਦੇ ਕਿ ਗ੍ਰੀਨ ਟਰੈਕਟਰ ਜਿਹੜੇ ਨੇ ਸਕੀਮ ਦੇ ਵਿੱਚ ਦਿੰਦੇ ਨੇ ਉਹ ਕੁਆਲਿਟੀ ਨਹੀਂ ਹੁੰਦੀ, ਹਲਕੇ ਹੁੰਦੇ ਨੇ। ਇਸ ਬਾਰੇ ਤੁਹਾਡਾ ਕੀ ਕਹਿਣਾ ਜੀ? ਜੀ ਇਹ ਬਿਲਕੁਲ ਇੱਕ ਅਫਵਾਹ ਹੈ ਤੇ ਗਲਤ ਗੱਲ ਹੈ। ਜੀ ਜਿਵੇਂ ਮਿਲਰ ਟਰੈਕਟਰ ਹੈ 37 ਲੱਖ ਦਾ ਇੱਕ ਟਰੈਕਟਰ ਹੈ, ਤੇ ਕੰਪਨੀ ਨੇ ਆਪਣੇ ਪੈਸੇ ਪੂਰੇ ਵਸੂਲਨੇ ਨੇ। 10 ਲੱਖ ਰੁਪਏ ਉਹਨੇ ਗਵਰਨਮੈਂਟ ਦੇ ਦੇਗੀ, 27 ਲੱਖ ਰੁਪਏ ਤੁਸੀਂ ਦੇ ਦਿਓਗੇ, 37 ਲੱਖ ਉਹਨੂੰ ਪੂਰਾ ਜਾਣਾ ਹੈ। ਜੇ ਉਹਨੂੰ ਪੂਰੇ ਪੈਸੇ ਚਲੇ ਗਏ ਤੇ ਉਹਨੇ ਟਰੈਕਟਰ ਵੀ ਕੁਆਲਿਟੀ ਦਾ ਦੇਣਾ ਹੈ। ਤੇ ਮੇਰਾ ਜ਼ਾਤੀ ਖਿਆਲ ਹੈ ਇਹ ਟਰੈਕਟਰ ਜਿਹੜਾ ਆਮ ਟਰੈਕਟਰ ਤੋਂ ਬਿਹਤਰ ਕੁਆਲਿਟੀ ਹੋਏਗੀ। ਉਹਦੀ ਵਜ੍ਹਾ ਇਹ ਹੈ ਕਿ ਆਮ ਟਰੈਕਟਰ ਜਿਹੜਾ ਕੰਪਨੀ ਆਪ ਚੈੱਕ ਕਰਦੀ ਹੈ ਤੇ ਤੁਹਾਨੂੰ ਦੇ ਦਿੰਦੀ ਹੈ। ਇਸ ਟਰੈਕਟਰ ਦੇ ਵਿੱਚ ਕੰਪਨੀ ਪਹਿਲੇ ਆਪ ਚੈੱਕ ਕਰੇਗੀ, ਉਹਦੇ ਬਾਅਦ ਮਹਿਕਮੇ ਜ਼ਰਾਅਤ ਦੇ ਬੰਦੇ ਕੰਪਨੀ ਦੇ ਵਿੱਚ ਹੋਣਗੇ, ਉਹਨਾਂ ਚੈੱਕ ਕਰਨਾ। ਉਹਦੇ ਬਾਅਦ ਮੁਤਲਕਾ ਇਲਾਕੇ ਦੇ ਵਿੱਚ ਜਦੋਂ ਟਰੈਕਟਰ ਡਿਲੀਵਰ ਹੋਣਾ ਹੈ ਤੇ ਉਸ ਟਾਈਮ ਵੀ ਮਹਿਕਮੇ ਜ਼ਰਾਅਤ ਦੇ ਬੰਦੇ ਉੱਥੇ ਮੌਜੂਦ ਹੋਣਗੇ, ਉੱਥੇ ਉਹ ਟਰੈਕਟਰ ਚੈੱਕ ਕਰਨਗੇ ਤੇ ਉਹਦੇ ਬਾਅਦ ਕਿਸਾਨ ਨੂੰ ਟਰੈਕਟਰ ਜਾਏਗਾ। ਤੇ ਇਹਦਾ ਮਕਸਦ ਹੈ ਕਿ ਆਮ ਤੌਰ ਤੇ ਤੁਹਾਡਾ ਟਰੈਕਟਰ ਇੱਕ ਵਾਰੀ ਚੈੱਕ ਹੁੰਦਾ ਹੈ ਤੇ ਇਸ ਸਕੀਮ ਦੇ ਤਹਿਤ ਜਿਹੜਾ ਟਰੈਕਟਰ ਲੋਗੇ ਉਹ 3 ਵਾਰੀ ਚੈੱਕ ਹੋਏਗਾ। ਵੈਰੀ ਗੁੱਡ। ਇਹ ਮੈਂ ਨਾ ਕਾਫੀ ਜ਼ਿਮੀਂਦਾਰ ਕਈ ਕਹਿੰਦੇ ਨੇ ਵੀ ਸਕੀਮ ਵਾਲੇ ਟਰੈਕਟਰ ਬਹੁਤ ਅੱਛੇ ਹੁੰਦੇ ਨੇ, ਤਕਰੀਬਨ ਹੁਣ ਇਹ ਵਹਿਮ ਹੀ ਹੈ ਨਾ ਜ਼ਿਮੀਂਦਾਰਾਂ ਦਾ, ਕਈਆਂ ਦਾ ਵੀ ਅੱਛੇ ਨੇ ਜਾਂ ਕਈਆਂ ਦੇ ਮਾੜੇ ਹੁੰਦੇ ਨੇ। ਬਾਕੀ ਤਕਰੀਬਨ ਮੇਰਾ ਖਿਆਲ ਹੈ ਉਹ ਹੀ ਮਟੀਰੀਅਲ ਲੱਗਦਾ, ਬਸ ਕੁਆਲਿਟੀ ਜਿਹੜੀ ਹੈ ਮਜ਼ੀਦ ਚੈਕਿੰਗ, ਜਿਸ ਤਰ੍ਹਾਂ ਤੁਸੀਂ ਕਿਹਾ ਨਾ 3 ਦਫਾ ਇਹਦੀ ਚੈਕਿੰਗ ਹੋਏਗੀ, ਕੁਆਲਿਟੀ ਚੈਕਿੰਗ, ਉਹਦੇ ਨਾਲ ਇਹ ਜੇ ਕੋਈ ਵੀ ਕਮੀ ਪੇਸ਼ੀ ਹੋਏਗੀ ਉਹ ਦੂਰ ਹੁੰਦੀ ਜਾਂਦੀ। ਇਹਦੇ ਵਿੱਚ ਬਿਲਕੁਲ ਕੋਈ ਫਰਕ ਨਹੀਂ ਹੈ, ਬਲਕਿ ਪਹਿਲੇ ਟਰੈਕਟਰ ਤੋਂ ਇੱਕ ਮੈਨੂੰ ਜ਼ਾਤੀ ਖਿਆਲ ਹੈ ਬਿਹਤਰ ਟਰੈਕਟਰ ਹੋਏਗਾ। ਬਸ ਇਹਦਾ ਰੰਗ ਜਿਹੜਾ ਉਹ ਸਬਜ਼ ਕੀਤਾ ਗਵਰਨਮੈਂਟ ਦੀ ਪਾਬੰਦੀ ਹੈ, ਬਕਾਇਆ ਇਹਦੇ ਵਿੱਚ ਕੋਈ ਫਰਕ ਨਹੀਂ, ਟਰੈਕਟਰ ਉਸੇ ਕੁਆਲਿਟੀ ਦਾ ਬਲਕਿ ਬਿਹਤਰ ਹੈ। ਅੱਛਾ, ਆਖਰੀ ਸਵਾਲ ਹੈ, ਮਾਰਕੀਟ ਦੀ ਕੀ ਸਿਚੁਏਸ਼ਨ ਹੈ ਅੱਜ ਕੱਲ੍ਹ? ਤੁਹਾਨੂੰ ਪਤਾ ਗ੍ਰੀਨ ਟਰੈਕਟਰ ਸਕੀਮ ਹੀ ਚੱਲਦੀ ਪਈ ਹੈ ਤੇ ਮਾਰਕੀਟ ਕੋਈ ਆ ਰਿਹਾ ਜ਼ਿਮੀਂਦਾਰ? ਜੀ ਜਿਸ ਜ਼ਿਮੀਂਦਾਰ ਨੂੰ ਤਾਂ ਫੌਰੀ ਟਰੈਕਟਰ ਜ਼ਰੂਰਤ ਹੈ ਤੇ ਉਹ ਤੇ ਆ ਰਿਹਾ ਹੈ, ਲੇਕਿਨ ਜ਼ਿਆਦਾਤਰ ਜ਼ਿਮੀਂਦਾਰ ਦੀ ਤਵੱਜੋ ਜਿਹੜੀ ਹੈ ਗ੍ਰੀਨ ਟਰੈਕਟਰ ਸਕੀਮ ਤੇ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਗ੍ਰੀਨ ਟਰੈਕਟਰ ਸਕੀਮ ਵਿੱਚ ਹੀ ਉਹਦਾ ਸਸਤਾ ਟਰੈਕਟਰ ਨਿਕਲੇ। ਜੇ ਤੇ ਨਹੀਂ ਨਿਕਲੇਗਾ ਤੇ ਸ਼ਾਇਦ ਉਹ ਕਿਸਾਨ ਫਿਰ ਆਏ ਸਾਡੇ ਕੋਲ। ਅਗਰ ਕੋਈ ਇੱਕਾ ਦੁੱਕਾ ਆ ਜਾਂਦਾ ਮਾਰਕੀਟ ਦੀ ਕੀ ਸੂਰਤ ਹਾਲ, ਕਿੰਨੇ ਚ ਸੇਲ ਹੋ ਰਿਹਾ? ਤਕਰੀਬਨ ਫੈਕਟਰੀ ਤਾਂ ਨਹੀਂ ਬੁਕਿੰਗ ਕਰਦੀ ਪਈ? ਨਹੀਂ ਜੀ, ਇਹ ਵੀ ਤੁਹਾਨੂੰ ਖੁਸ਼ਖਬਰੀ ਦੇ ਦਿਆਂ, ਫੈਕਟਰੀ ਨੇ ਬੁਕਿੰਗ ਵੀ ਸਟਾਰਟ ਕਰ ਦਿੱਤੀ ਹੈ। 1 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਤੁਸੀਂ ਫਰਦ ਤੋਂ ਬਗੈਰ ਆਪਣਾ ਟਰੈਕਟਰ ਲੈ ਸਕਦੇ ਹੋ ਕੰਪਨੀ ਤੋਂ ਕੈਸ਼ ਜਮ੍ਹਾਂ ਕਰਾ ਕੇ। ਉਹ ਜਿਹੜੀਆਂ ਪਾਬੰਦੀਆਂ ਸਨ ਕੰਪਨੀ ਨੇ 15 ਦਿਨ ਵਾਸਤੇ ਬੰਦ ਕਰ ਦਿੱਤੀਆਂ ਨੇ। ਤੁਸੀਂ ਆਪਣਾ ਟਰੈਕਟਰ ਅਸਬਾਸਾਨੀ ਬੁੱਕ ਵੀ ਕਰਾ ਸਕਦੇ ਹੋ, ਟਰੈਕਟਰ ਵੀ ਫੌਰੀ ਮਿਲ ਰਿਹਾ ਇਸ ਟਾਈਮ, ਤੇ ਹਫਤੇ ਦੇ ਅੰਦਰ ਅੰਦਰ ਤੁਹਾਨੂੰ ਟਰੈਕਟਰ ਵੀ ਮਿਲ ਜਾਏਗਾ ਇਸ ਟਾਈਮ। ਅੱਛਾ, ਤਕਰੀਬਨ ਜਿਸ ਤਰ੍ਹਾਂ ਤੁਸੀਂ ਦੱਸਿਆ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ 15 ਤਰੀਕ ਤੱਕ ਕੰਪਨੀ ਨੇ ਸਹੂਲਤ ਦਿੱਤੀ ਹੈ ਫਿਲਹਾਲ। ਅੱਛਾ, ਉਸ ਤੋਂ ਬਾਅਦ ਮਜ਼ੀਦ ਬੰਦ ਹੋ ਸਕਦੀ ਹੈ? ਉਸ ਤੋਂ ਬਾਅਦ ਅਜੇ ਤੱਕ ਕੰਪਨੀ ਨੇ ਕੋਈ ਆਪਣਾ ਲਾਹੇ ਅਮਲ ਨਹੀਂ ਦੱਸਿਆ। ਉਮੀਦ ਇਹੀ ਹੈ ਕਿ ਵਾਪਸੀ ਜਿਹੜਾ ਤਰੀਕਾਕਾਰ ਸੀ ਫਰਦ ਵਾਲਾ ਉਹਦੇ ਤੇ ਆ ਜਾਏਗਾ। ਅਜੇ ਕੰਪਨੀ ਨੇ ਦੱਸਿਆ ਨਹੀਂ ਕਿ 15 ਤੋਂ ਬਾਅਦ ਕੀ ਕਰੇਗੀ। 15 ਤੱਕ ਦਾ ਉਹਨਾਂ ਆਪਣਾ ਹਿਸਾਬ ਕਿਤਾਬ ਦੱਸ ਦਿੱਤਾ ਸਾਨੂੰ। ਰਾਇਦ ਭਾਈ, ਇਹ ਫਰਦ ਵਾਲਾ ਕੀ ਮਾਮਲਾ ਹੈ, ਇਹ ਦੱਸੋ। ਉਹ ਜੀ ਕੰਪਨੀ ਕਹਿੰਦੀ ਹੈ, ਗਵਰਨਮੈਂਟ ਕਹਿੰਦੀ ਹੈ ਬਲਕਿ, ਜੀ ਜੀ, ਕਿ ਟਰੈਕਟਰ ਦੇ ਉੱਤੇ 10% ਟੈਕਸ ਜਿਹੜਾ ਹੈ ਉਹ ਵਾਲਾ ਟਰੈਕਟਰ ਕਿਸਾਨ ਨੂੰ ਸਿਰਫ ਜਾਏ। ਜੇ ਕਿਸੇ ਕੰਪਨੀ ਨੇ ਲੈਣਾ ਹੈ ਟਰੈਕਟਰ ਤੇ ਉਹ 18% ਜਾਂ 22% ਦੇ ਹਿਸਾਬ ਨਾਲ ਜਾਏ। ਹੁਣ ਕੰਪਨੀ ਕਹਿੰਦੀ ਹੈ ਕਿ ਜੀ ਕਿਸਾਨ, ਅਸੀਂ कैसे ਵੇਖੀਏ ਕਿਹੜਾ ਬੰਦਾ ਕਿਸਾਨ ਹੈ, ਤੇ ਉਹਨਾਂ ਤਰੀਕਾਕਾਰ ਬਣਾਇਆ ਹੈ ਕਿ ਜੀ ਜਿਸ ਬੰਦੇ ਕੋਲ ਜ਼ਰਈ ਰਕਬਾ ਹੋਏਗਾ ਤੇ ਉਹੀ ਬੰਦਾ ਕਿਸਾਨ ਹੈ, ਕਿਉਂਕਿ ਜ਼ਰਈ ਰਕਬੇ ਦੀ ਉਹਨੇ ਜ਼ਰਾਤ ਕਰਨੀ ਹੈ। ਤੇ ਉਹ ਤਾਂ ਉਹ ਫਰਦ ਮੰਗਦੇ ਨੇ, ਤਹਿਸੀਲਦਾਰ ਦੇ ਦਫ਼ਤਰ ਤੋਂ ਅਟੈਸਟਡ ਫਰਦ ਮੰਗਦੇ ਨੇ ਕਿ ਜੀ ਅਸੀਂ ਕਿਸਾਨ ਨੂੰ ਹੀ ਸਸਤਾ ਟਰੈਕਟਰ ਦਈਏ, ਆਮ ਬੰਦੇ ਨੂੰ ਨਾ ਦਈਏ। ਠੀਕ ਹੈ। ਤੇ ਤੁਸੀਂ ਜਦੋਂ ਟਰੈਕਟਰ ਬੁੱਕ ਕਰਾਣਾ ਹੈ ਤੇ ਪੈਸੇ ਤੇ ਤੁਸੀਂ ਲੈ ਕੇ ਹੀ ਆਣੇ ਜੇ, ਉਹਦੇ ਨਾਲ ਤੁਸੀਂ ਆਪਣਾ ਇੱਕ ਫਰਦ ਲੈ ਕੇ ਆਣੀ ਹੈ, ਜਿਸ ਨਾਂ ਤੇ ਟਰੈਕਟਰ ਕਰਨਾ ਉਸੇ ਨਾਂ ਦੀ ਫਰਦ ਹੋਣੀ ਚਾਹੀਦੀ ਹੈ, ਤੇ ਤਹਿਸੀਲਦਾਰ ਦਫ਼ਤਰ ਤੋਂ ਉਹ ਅਟੈਸਟ ਹੋਣੀ ਚਾਹੀਦੀ ਹੈ, ਤੇ ਤੁਹਾਡਾ ਟਰੈਕਟਰ ਬਾਸਾਨੀ ਬੁੱਕ ਹੋ ਜਾਏਗਾ। ਲੇਕਿਨ 1 ਤੋਂ 15 ਤਰੀਕ ਤੱਕ ਨਹੀਂ, ਉਹਦੇ ਤੋਂ ਪਹਿਲੇ ਐ ਸੀ ਜਾਂ ਉਹਦੇ ਤੋਂ ਬਾਅਦ ਇਹ ਹੋਏਗਾ। 1 ਤੋਂ 15 ਤਰੀਕ ਤੱਕ ਤੁਸੀਂ ਪੈਸੇ ਲੈ ਕੇ ਆਓ, ਆਪਣਾ ਸ਼ਨਾਖਤੀ ਕਾਰਡ ਲੈ ਕੇ ਆਓ, ਤੁਹਾਡਾ ਟਰੈਕਟਰ ਬੁੱਕ ਹੋ ਜਾਏਗਾ, ਅਸੀਂ ਤੁਹਾਨੂੰ ਟਰੈਕਟਰ ਡਿਲੀਵਰ ਕਰ ਦੇਵਾਂਗੇ। ਅੱਛਾ ਰਾਇਦ ਭਾਈ, ਅਗਰ ਫਰਦ ਜ਼ਮੀਨਦਾਰ ਲੈ ਕੇ ਆਉਂਦਾ ਉਹਨੂੰ ਕਿੰਨੇ ਦਾ ਟਰੈਕਟਰ ਮਿਲੇਗਾ? ਅਗਰ ਫਰਦ ਤੋਂ ਬਗੈਰ ਆਉਂਦਾ ਤੇ ਉਹਨੂੰ ਕਿੰਨੇ ਚ ਮਿਲਦਾ ਪਿਆ ਪਹਿਲਾਂ? ਜੀ ਜਿਹੜਾ ਟਰੈਕਟਰ ਜੇ ਤੇ ਅਸੀਂ 85 ਦੀ ਗੱਲ ਕਰੀਏ ਜੀ ਜੀ, ਤੇ ਇਹ ਹੋ ਗਿਆ ਜੀ 37,07,000 ਰੁਪਏ ਦਾ ਟਰੈਕਟਰ ਮਿਲੇਗਾ ਜੇ ਤੇ ਉਹ ਫਰਦ ਲੈ ਕੇ ਆਂਦਾ। ਜੇ ਤੇ ਉਹ ਫਰਦ ਲੈ ਕੇ ਨਹੀਂ ਆਂਦਾ ਤੇ ਉਹਨੂੰ ਤਕਰੀਬਨ ਪੌਣੇ 40 ਲੱਖ ਰੁਪਏ ਦਾ ਟਰੈਕਟਰ ਮਿਲੇਗਾ 18% ਦੇ ਨਾਲ। ਤੇ ਜੇ ਉਹਦੇ ਕੋਈ ਇਨਕਮ ਟੈਕਸ ਵੀ ਨਹੀਂ ਹੈ ਤੇ ਫਿਰ ਤੇ ਉਹਦੇ ਤੋਂ ਉੱਤੇ ਚਲਾ ਜਾਏਗਾ, ਤੁਸੀਂ ਕਹਿ ਲਓ ਜੀ 41,11,400 ਰੁਪਏ ਦਾ ਉਹਨੂੰ ਟਰੈਕਟਰ ਮਿਲੇਗਾ ਜੇ ਉਹਦੇ ਕੋਈ ਇਨਕਮ ਟੈਕਸ ਨੰਬਰ ਵੀ ਨਹੀਂ ਹੈ।
ਅੱਛਾ, ਇਸ ਤੋਂ ਇਲਾਵਾ ਰਾਹਿਤ ਭਾਈ ਮਜ਼ੀਦ ਆਪਣਾ ਐਡਰੈਸ ਤੇ ਰਾਬਤਾ ਨੰਬਰ ਸ਼ੇਅਰ ਕਰ ਦਿਓ ਸਾਡੇ ਜ਼ਿਮੀਂਦਾਰਾਂ ਨਾਲ ਜੀ। ਜੀ ਅਸੀਂ ਕਿਉਂਕਿ ਬਾਖਤਿਆਰ ਡੀਲਰ ਹਾਂ ਮਿਲਰ ਟਰੈਕਟਰ ਦੇ, ਪਿੰਡੀ ਇਸਲਾਮਾਬਾਦ, ਜ਼ਿਲ੍ਹਾ ਰਾਵਲਪਿੰਡੀ ਇਸਲਾਮਾਬਾਦ ਦੇ ਅੰਦਰ। ਤੇ ਜਿਹੜਾ ਬੰਦਾ ਉਸ ਇਲਾਕੇ ਦਾ ਕਿਸਾਨ ਹੈ ਉਹ ਸਾਡੇ ਨਾਲ ਰਾਬਤਾ ਕਰ ਸਕਦਾ ਹੈ 0346 75 94 730 ਨੰਬਰ ਤੇ। ਉਹਦੇ ਤੇ ਆਪਣਾ WhatsApp ਕਰੇ ਸ਼ਨਾਖਤੀ ਕਾਰਡ ਤੇ ਆਪਣਾ ਫੋਨ ਨੰਬਰ ਤੇ ਟਰੈਕਟਰ ਜਿਹੜਾ ਉਹਨੇ ਲੈਣਾ ਹੈ, ਮਿਸਾਲ 385 ਲੈਣਾ ਹੈ, ਉਹ ਸਾਨੂੰ ਭੇਜੇ। ਅਸੀਂ ਉਹਦਾ ਫਾਰਮ ਵੀ ਆਪ ਭਰ ਦੇਵਾਂਗੇ, ਜੇ ਕੰਪਿਊਟਰਾਈਜ਼ ਫਰਦ ਹੈ ਤੇ ਫਿਰ ਵੀ ਭਰ ਦੇਵਾਂਗੇ, ਜੇ ਤੇ ਦੂਜੀ ਫਰਦ ਹੈ ਜੇ ਕੰਪਿਊਟਰਾਈਜ਼ ਨਹੀਂ ਹੈ ਫਰਦ ਤੇ ਫਿਰ ਵੀ ਅਸੀਂ ਫਾਰਮ ਆਪ ਪ੍ਰਿੰਟ ਕਰਕੇ ਭਰ ਕੇ ਤੇ ਤਹਿਸੀਲ ਦਾ ਜਿਹੜਾ ਜ਼ਰਈ ਮਹਿਕਮਾ ਉਹਦੇ ਦਫ਼ਤਰ ਅਸੀਂ ਆਪ ਜਮ੍ਹਾਂ ਕਰਾ ਦੇਵਾਂਗੇ। ਇਹਦੇ ਕੋਈ ਚਾਰजेस ਨਹੀਂ, ਇਹ ਮੁਫਤ ਸਾਡੀ ਸਰਵਿਸ ਹੈ ਕਿਸਾਨ ਭਰਾਵਾਂ ਵਾਸਤੇ ਪਿੰਡੀ ਇਸਲਾਮਾਬਾਦ ਦੇ ਵਿੱਚ। ਇਹ ਤਾਂ ਬਿਲਕੁਲ ਤੁਸੀਂ ਮਸਲਾ ਹੀ ਹੱਲ ਕਰ ਦਿਆ ਜ਼ਿਮੀਂਦਾਰ ਜਿਹੜੇ ਵਿਚਾਰੇ ਆਂਦੇ ਸਾਡਾ ਤੇ ਕੰਪਿਊਟਰਾਈਜ਼ ਨਹੀਂ ਹੈ, ਕਿੱਥੇ ਖੱਜਲ ਹੁੰਦੇ ਰਹਿਣਗੇ। ਤੇ ਇਹ ਜੀ ਸਪੈਸ਼ਲੀ ਆਫਰ ਰਾਵਲਪਿੰਡੀ ਵਾਸਤੇ ਜੀ, ਕਿਉਂਕਿ ਅਸੀਂ ਮਿਲਰ ਟਰੈਕਟਰ ਦੇ ਡੀਲਰ ਹਾਂ ਸੈਗਲ ਮੋਟਰ ਦੇ ਨਾਂ ਤੋਂ, ਪੀਰ ਵਧਾਈ ਮੋੜ ਤੇ ਰਾਵਲਪਿੰਡੀ ਦੇ ਵਿੱਚ ਪਿੰਡੀ ਇਸਲਾਮਾਬਾਦ ਦੇ ਹੀ ਆ। ਤੇ ਉੱਥੇ ਦੇ ਕਿਸਾਨਾਂ ਦੀ ਗ੍ਰੀਨ ਸਕੀਮ ਵਾਸਤੇ ਹੀ ਅਸੀਂ ਕਰ ਸਕਦੇ ਹਾਂ। ਕਿਸੇ ਹੋਰ ਇਲਾਕੇ ਦੀ ਜਿਹੜੀ ਮਿਸਾਲ ਹੈ ਬੰਦੇ ਨੇ ਉਹ ਆਪਣੇ ਮੁਤਲਕਾ ਡੀਲਰ ਨਾਲ ਰਾਬਤਾ ਕਰਨ। ਸਾਡਾ ਮੁਤਲਕਾ ਜਿਹੜਾ ਉਹ ਜ਼ਿਲ੍ਹਾ ਰਾਵਲਪਿੰਡੀ ਇਸਲਾਮਾਬਾਦ ਹੀ ਬਣਦਾ। ਠੀਕ ਹੈ ਰਾਜ ਭਾਈ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਓਕੇ ਜੀ, ਅੱਲਾ।